बिस्मिल्लाहिर्रहमानिर्रहीम अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਜਦੋਂ ਬੰਦਾ ਲਾਲਚ ਦੇ ਵਿੱਚ ਆ ਜਾਂਦਾ ਨਾ, ਉਹਨੂੰ ਫਿਰ ਰਿਸ਼ਤਿਆਂ ਦੀ ਪਹਿਚਾਣ ਨਹੀਂ ਰਹਿੰਦੀ ਕਿ ਇਹ ਮੇਰਾ ਭਾਈ ਆ ਜਾਂ ਇਹ ਮੇਰੀ ਭੈਣ ਆ। ਫਿਰ ਉਹ ਲਾਲਚ ਦੇ ਵਿੱਚ ਆ ਕੇ ਤੇ ਸਾਰਾ ਕੁਝ ਭੁੱਲ ਜਾਂਦਾ। ਇਸੇ ਤਰ੍ਹਾਂ ਦੀ ਇੱਕ ਇਹ ਸਟੋਰੀ ਆ ਕਿ ਇੱਕ ਲੇਡੀ ਡਾਕਟਰ ਹੁੰਦੀ ਆ, ਉਹਦੇ ਨਾਂ 20 ਕਿੱਲੇ ਜ਼ਮੀਨ ਹੁੰਦੀ ਆ। ਉਹਦਾ ਚਾਚਾ ਉਹ 20 ਕਿੱਲੇ ਹਥਿਆਣਾ ਚਾਹੁੰਦਾ ਤੇ ਉਹ ਉਸ ਲੜਕੀ ਦੀ ਸ਼ਾਦੀ ਫਿਰ ਨਾ ਉਹ ਆਪਣੇ ਇੱਕ ਉਹਦਾ ਬੇਟਾ ਹੁੰਦਾ ਦੌਲੇ ਸ਼ਾਹ ਦਾ ਚੂਹਾ, ਉਹਦੇ ਨਾਲ ਕਰਨੇ ਦੀ ਕੋਸ਼ਿਸ਼ ਕਰਦਾ ਤਾਂ ਕਿ ਇਹ 20 ਕਿੱਲੇ ਜਿਹੜੇ ਮੇਰੇ ਨੂੰ ਮਿਲ ਜਾਣ। ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਉਹ ਇਸ ਤਰ੍ਹਾਂ ਕਿ ਇੱਕ ਲੇਡੀ ਡਾਕਟਰ ਜਿਹੜੀ ਬੜੀ ਪੜ੍ਹੀ ਲਿਖੀ ਹੁੰਦੀ ਆ ਤੇ ਉਹਦਾ ਚਾਚਾ ਜਿਹੜਾ ਨਾ ਬੜਾ ਲਾਲਚੀ ਹੁੰਦਾ ਤੇ ਉਹ ਜਿਸ ਦਿਨ ਉਹਦੀ ਸ਼ਾਦੀ ਹੁੰਦੀ ਆ, ਦੁਲਹਨ ਜਿਹੜੀ ਆ ਨਾ ਲੜਕੀ ਸੱਜ ਸਵਾਰ ਕੇ ਦੁਲਹਨ ਬਣ ਕੇ ਪੰਡਾਲ ਦੇ ਵਿੱਚ ਬਹਿ ਜਾਂਦੀ ਆ ਤੇ ਉਹਦੀ ਬਰਾਤ ਜਿਹੜੀ ਆ ਨਾ ਜਿਸ ਵੇਲੇ ਆਂਦੀ ਆ ਬਾਹਰ ਪਿੰਡ ਦੇ ਵਿੱਚ ਨਹੀਂ ਵੜਦੀ, ਬਾਹਰ ਕੋਨੇ ਤੇ ਹੀ ਰੁਕ ਜਾਂਦੀ ਹੈ ਕਿਉਂਕਿ ਜਦੋਂ ਸਾਰੀਆਂ ਕਾਰਾਂ ਇਕੱਠੀਆਂ ਨਾ ਹੋਣ, ਇਕੱਠੇ ਹੋ ਕੇ ਨਹੀਂ ਆਉਂਦੇ। ਉਹ ਦੁਲਹੇ ਦੀ ਕਾਰ ਕਿਤੇ ਪਿੱਛੇ ਰਹਿ ਗਈ ਸੀ, ਇਸ ਵਜ੍ਹਾ ਨਾਲ ਸਾਰੀ ਬਰਾਤ ਫਿਰ ਉੱਥੇ ਪਿੱਛੇ ਰੁਕ ਗਈ। ਉਹ ਸਾਰੀ ਬਰਾਤ ਜਿਹੜੀ ਸੀ ਰੁਕ ਕੇ ਨਾ ਦੁਲਹੇ ਦੀ ਕਾਰ ਦਾ ਇੰਤਜ਼ਾਰ ਕਰ ਰਹੀ ਆ ਹੁਣ ਕਿ ਦੁਲਹਾ ਕਦੋਂ ਆਂਦਾ ਆ। ਤੇ ਉੱਥੇ ਪੰਡਾਲ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਬਰਾਤ ਬਾਹਰ ਆ ਗਈ ਆ ਤੇ ਆ ਕੇ ਖੜੀ ਆ, ਲੇਕਿਨ ਅੱਗੇ ਨਹੀਂ ਆ ਰਹੀ। ਹੁਣ ਪਤਾ ਨਹੀਂ ਕੀ ਰੌਲਾ ਆਇਆ ਵੀ ਅੱਗੇ ਕਿਉਂ ਨਹੀਂ ਆ ਰਹੀ। ਹੁਣ ਪੰਡਾਲ ਦੇ ਵਿੱਚ ਲੋਕ ਬੈਠੇ ਨੇ, ਗੱਲਾਂ ਕਰਦੇ ਨੇ, ਯਾਰ 2 ਘੰਟੇ ਹੋ ਗਏ ਬਰਾਤ ਨੂੰ ਆਈ ਨੂੰ ਲੇਕਿਨ ਅੱਗੇ ਨਹੀਂ ਪਹੁੰਚੀ। ਹੋ ਸਕਦਾ ਦੁਲਹਾ ਜਿਹੜਾ ਲੇਟ ਹੋ ਗਿਆ ਹੋਵੇ ਜਾਂ ਉਹਦੀ ਗੱਡੀ ਖਰਾਬ ਹੋ ਗਈ ਹੋਵੇ ਜਾਂ ਦੁਲਹਾ ਜਿਹੜਾ ਉਹ ਨੱਸ ਗਿਆ ਹੋਵੇ, ਹੋ ਸਕਦਾ ਉਹਨੂੰ ਰਿਸ਼ਤਾ ਨਾ ਪਸੰਦ ਹੋਵੇ। ਮੁਖਤਲਿਫ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਪੰਡਾਲ ਦੇ ਵਿੱਚ। ਤੇ ਜਿਹੜਾ ਲੜਕੀ ਦਾ ਵਾਲਦ ਸੀ ਨਾ ਉਹ ਬੜਾ ਸਿਆਣਾ ਬੰਦਾ ਸੀ। ਉਹ ਜਾਂਦਾ ਜਾ ਕੇ ਨਾ ਦੁਲਹੇ ਵਾਲਿਆਂ ਕੋਲ ਜਾ ਕੇ ਕਹਿੰਦਾ ਮੈਂ ਪੁੱਛਦਾ ਵੀ ਕੀ ਰੌਲਾ। ਇਹ ਖੁਦ ਜਾਂਦਾ ਜਾ ਕੇ ਲੜਕੇ ਦੇ ਦੁਲਹੇ ਦੇ ਵਾਲਦ ਨੂੰ ਮਿਲਦਾ, ਜਾ ਕੇ ਪੁੱਛਦਾ ਹਾਂ ਬਈ ਕੀ ਵਜ੍ਹਾ, ਤੁਸੀਂ ਕਿਉਂ ਲੇਟ ਹੋ ਗਏ, ਕਿਸ ਵਜ੍ਹਾ ਨਾਲ ਤੁਸੀਂ ਅੱਗੇ ਨਹੀਂ ਆ ਰਹੇ ਤੇ ਲਾੜੇ ਦੀ ਜਿਹੜੀ ਗੱਡੀ ਜਾਂ ਕਾਰ ਆ ਉਹ ਨਹੀਂ ਨਜ਼ਰ ਆ ਰਹੀ। ਲੜਕੇ ਦਾ ਵਾਲਦ ਕਹਿੰਦਾ ਕਿ ਹੋ ਸਕਦਾ ਕੋਈ ਗੱਡੀ ਖਰਾਬ ਹੋ ਗਈ ਹੋਵੇ ਜਾਂ ਕੋਈ ਮਸਲਾ ਬਣ ਗਿਆ ਹੋਵੇ ਰਸਤੇ 'ਚ, ਤੇ ਵੇਟ ਕਰਦੇ ਆ, ਦੇਖਦੇ ਆ ਆਂਦਾ ਤਾਂ ਫਿਰ ਤੁਹਾਨੂੰ ਅਸੀਂ ਦੱਸਦੇ ਆ। ਹਜੇ ਇਹ ਗੱਲਾਂ ਚੱਲ ਹੀ ਰਹੀਆਂ ਸੀ, ਦੋਨੋਂ ਆਪਸ ਵਿੱਚ ਹੀ ਗੱਲਾਂ ਕਰਦੇ ਸੀ ਕਿ ਇੱਕ ਕਾਰ ਜਿਹੜੀ ਹੈ ਨਾ ਬੜੀ ਸਪੀਡ ਦੇ ਨਾਲ ਆਉਂਦੀ ਆ, ਧੂੜ ਅੜਾਂਦੀ, ਤੇ ਜਿਸ ਵੇਲੇ ਵੇਖਦੇ ਉਹਨੂੰ ਫੁੱਲ ਸ਼ੁੱਲ ਲੱਗੇ ਨੇ ਉਹ ਕਹਿੰਦੇ ਨੇ ਯਾਰ ਲੋ ਜੀ ਆ ਗਈ ਲਾੜੇ ਦੀ ਕਾਰ। ਬੜੇ ਸਾਰੇ ਖੁਸ਼ ਹੋ ਗਏ। ਜਿਸ ਵੇਲੇ ਕਾਰ ਨੇ ਬ੍ਰੇਕ ਲਾਈ ਉਹਦੇ ਵਿੱਚੋਂ 2 ਲੜਕੇ ਉਤਰੇ। ਉਹਨਾਂ ਨੇ ਕਿਹਾ ਜੀ ਲਾੜਾ ਜਿਹੜਾ ਸੀ ਨਾ ਉਹ ਮੋਟਰਵੇ ਤੋਂ ਜਿਸ ਵੇਲੇ ਅਸੀਂ ਥੱਲੇ ਉਤਰੇ ਤੇ ਇੱਕ ਪੰਪ ਸੀ ਉੱਥੇ ਵਾਸ਼ਰੂਮ 'ਚ ਗਿਆ ਤੇ ਉਸ ਤੋਂ ਬਾਅਦ ਅਸੀਂ ਵੇਟ ਕਰਦੇ ਰਹੇ, ਹਜੇ ਤੱਕ ਨਹੀਂ ਆਇਆ। ਅਸੀਂ ਫਿਰ ਸਾਰਾ ਉਹ ਪੈਟਰੋਲ ਪੰਪ ਵੀ ਕੰਗਾਲ ਲਿਆ, ਚੈੱਕ ਕੀਤਾ, ਹਰ ਚੀਜ਼ ਚੈੱਕ ਕੀਤੀ, ਉੱਥੇ ਕੋਈ ਸ਼ੈ ਨਹੀਂ ਸਾਨੂੰ ਮਿਲੀ। ਦੁਲਹਾ ਪਤਾ ਨਹੀਂ ਕਿੱਧਰ ਗਿਆ, ਗਾਇਬ ਹੋ ਗਿਆ। ਤੇ ਉਹ ਲੜਕੀ ਦਾ ਜਿਹੜਾ ਵਾਲਦ ਸੀ ਨਾ ਬੜਾ ਸਿਆਣਾ ਤੇ ਉਹਨੇ ਕਿਹਾ ਦੁਲਹੇ ਦੇ ਵਾਲਦ ਨੂੰ, ਉਹਦਾ ਨਾਂ ਸੀ ਮੁਖਤਾਰ ਆ ਜਾ ਹੁਣ ਚੱਲ ਕੇ ਨਾ ਉੱਥੇ ਪੰਡਾਲ ਦੇ ਵਿੱਚ ਬਹਿੰਦੇ ਆ, ਬਹਿ ਕੇ ਕੋਈ ਗੱਲਬਾਤ ਕਰਦੇ ਆ, ਵੇਖਦੇ ਆ ਵੀ ਉਹ ਦੁਲਹਾ ਕਿੱਧਰ ਗਿਆ, ਕੀ ਹੋਇਆ, ਹੁਣ ਸੋਚਦੇ ਆ। ਤੇ ਉਹ ਲੜਕੀ ਦੇ ਵਾਲਦ ਦਾ ਨਾਮ ਸੀ ਕਬੀਰ ਤੇ ਮੁਖਤਾਰ ਦੋਨੋਂ ਫਿਰ ਪੰਡਾਲ ਦੇ ਵਿੱਚ ਚਲੇ ਗਏ। ਉੱਥੇ ਬਹਿ ਕੇ ਜਿਸ ਵੇਲੇ ਗੱਲਾਂ ਕਰਨੀਆਂ ਸ਼ੁਰੂ ਕਰਦੇ ਨੇ, ਜਦੋਂ ਦੇਖਦੇ ਨੇ ਕਬੀਰ ਦਾ ਛੋਟਾ ਭਰਾ ਜਿਹਦਾ ਨਾਮ ਹੁੰਦਾ ਸਗੀਰ, ਉਹ ਆਪਣੇ ਦੌਲੇ ਸ਼ਾਹ ਦਾ ਜਿਹੜਾ ਚੂਹਾ ਹੁੰਦਾ ਨਾ ਬੱਚਾ ਛੋਟਾ, ਉਹਨੂੰ ਲਾੜਾ ਬਣਾ ਕੇ ਲੈ ਆਉਂਦਾ। ਕਹਿੰਦਾ ਕਬੀਰਿਆ ਤਿਆਰ ਹੋ ਜਾ, ਅੱਜ ਤੇਰੀ ਬੱਚੀ ਦਾ ਨਿਕਾਹ ਮੈਂ ਆਪਣੇ ਬੱਚੇ ਦੇ ਨਾਲ ਕਰਨਾ, ਤੂੰ ਜੋ ਕੁਛ ਮਰਜ਼ੀ ਕਰ। ਉਹ ਗਰੂਰ ਗਮੰਡ ਤਕੱਬਰ ਦੇ ਵਿੱਚ ਸੀ। ਇਹਨਾਂ ਦੀ ਸਟੋਰੀ ਇਸ ਤਰ੍ਹਾਂ ਕਿ ਕਬੀਰ ਤੇ ਸਗੀਰ 2 ਭਰਾ ਸੀ। ਇਹਨਾਂ ਦੇ ਵਾਲਦ ਦੇ ਨਾਮ 40 ਕਿੱਲੇ ਜ਼ਮੀਨ ਦੇ ਸੀ। ਇਹਨਾਂ ਦੋਨਾਂ ਭਰਾਵਾਂ ਨੂੰ 20 ਏਕੜ ਜ਼ਮੀਨ ਆਂਦੀ ਸੀ। ਹੁਣ ਜਿਹੜਾ ਕਬੀਰ ਸੀ ਉਹ ਬੜਾ ਸੀ, ਸਗੀਰ ਛੋਟਾ ਸੀ, ਜਿਹਦੇ ਵਿੱਚੋਂ 4 ਬੱਚੇ ਨਾਰਮਲ ਸੀ, ਇੱਕ ਬੇਟਾ ਦੌਲੇ ਸ਼ਾਹ ਦਾ ਚੂਹਾ ਸੀ ਤੇ ਜਿਹੜਾ ਕਬੀਰ ਸੀ ਉਹਦੀ ਇੱਕ ਹੀ ਬੇਟੀ ਸੀ। ਕਬੀਰ ਨੇ ਆਪਣੀ ਬੇਟੀ ਦੀ ਬੜੀ ਅੱਛੀ ਤਰਬੀਅਤ ਕੀਤੀ, ਉਹਨੂੰ ਪੜਾਇਆ ਲਿਖਾਇਆ, ਡਾਕਟਰ ਬਣਾਇਆ। ਸਗੀਰ ਦੀ ਜਿਹੜੀ ਔਲਾਦ ਸੀ ਉਹ ਪੜ੍ਹੀ ਲਿਖੀ ਨਹੀਂ ਸੀ, ਜਾਹਿਲ ਸੀ, ਪਿੰਡ ਵਾਲਿਆਂ ਦੇ ਨਾਲ ਬੜਾ ਲੜਦੇ ਝਗੜਦੇ ਸੀ, ਯਾਨੀ ਜਾਹਿਲ ਕਿਸਮ ਦੇ ਸੀ, ਹਰ ਬੰਦੇ ਨਾਲ ਪੰਗਾ ਲੈ ਲੈਣਾ, ਪਿੰਡ ਵਾਲੇ ਵੀ ਉਹਨਾਂ ਦੇ ਕੋਲੋਂ ਡਰਦੇ ਸੀ। ਤੇ ਇੱਕ ਦਿਨ ਸਗੀਰ ਜਿਹੜਾ ਆਪਣੇ ਬੜੇ ਭਰਾ ਕਬੀਰ ਕੋ ਆਂਦਾ, ਆ ਕੇ ਕਹਿੰਦਾ ਕਿ ਇਹ ਜਿਹੜੀ ਮੇਰੀ ਭਤੀਜੀ ਆ ਇਹਦਾ ਰਿਸ਼ਤਾ ਤੂੰ ਮੈਨੂੰ ਦੇ ਦੇ, ਜਿਹੜੀ ਲੇਡੀ ਡਾਕਟਰ ਬਣ ਚੁੱਕੀ ਆ ਮੇਰੇ ਬੇਟੇ ਨੂੰ।
ਉਹ ਕਹਿੰਦਾ ਕਿ ਯਾਰ ਸਗੀਰ ਤੂੰ ਕਿਸ ਤਰ੍ਹਾਂ ਦੀ ਗੱਲ ਕਰਦਾ, ਤੇਰੀ ਔਲਾਦ ਅਨਪੜ੍ਹ ਜਹਲ, ਮੇਰੀ ਬੇਟੀ ਪੜ੍ਹੀ ਲਿਖੀ ਡਾਕਟਰ, ਤੂੰ ਆਪਣੇ ਬੇਟੇ ਵਾਸਤੇ ਰਿਸ਼ਤਾ ਮੰਗਦਾ ਹੈ, ਕੋਈ ਗੱਲ ਬਣਦੀ ਜੁੜਦੀ ਆ। ਸਗੀਰ ਕਹਿਣ ਲੱਗਾ ਕਬੀਰ ਨੂੰ, ਆਪਣੇ ਬੜੇ ਭਰਾ ਨੂੰ, ਕਿ ਮੇਰੇ 4 ਬੇਟੇ ਆ, ਉਹਨਾਂ ਚੋਂ ਜਿਹੜੇ ਨੂੰ ਤੇਰਾ ਦਿਲ ਕਰਦਾ ਆਪਣੀ ਲੜਕੀ ਦੀ ਜਿਹੜੀ ਸ਼ਾਦੀ ਕਰ ਦੇ, ਵਰਨਾ ਉਹ ਨਾ ਹੋਵੇ ਕਿ ਮੈਂ ਆਪਣੇ ਦੌਲੇ ਸ਼ਾਹ ਦਾ ਜਿਹੜਾ ਚੂਹਾ 5ਵਾਂ ਬੇਟਾ ਉਹਦੇ ਨਾਲ ਤੇਰੀ ਲੜਕੀ ਦੀ ਸ਼ਾਦੀ ਕਰ ਦਵਾਂ। ਯਾਨੀ ਬੜਾ ਗਰੂਰ ਗਮੰਡ ਤਕੱਬਰ ਦੇ ਵਿੱਚ ਆ ਗਿਆ। ਕਬੀਰ ਕਹਿਣ ਲੱਗਾ ਚਲੋ ਤੂੰ ਮੇਰਾ ਭਰਾ ਆ, ਮੈਂ ਤੈਨੂੰ ਜਵਾਬ ਨਹੀਂ ਦਿੰਦਾ, ਲੇਕਿਨ ਮੈਂ ਆਪਣੀ ਬੇਟੀ ਦੇ ਨਾਲ ਸਲਾਹ ਕਰਕੇ ਤੈਨੂੰ ਦੱਸਾਂਗਾ। ਤੇ ਕਬੀਰ ਜਿਹੜਾ ਆਪਣੀ ਬੇਟੀ ਕੋ ਜਾਂਦਾ, ਜਾ ਕੇ ਕਹਿੰਦਾ ਕਿ ਤੇਰਾ ਚਾਚਾ ਸਗੀਰ ਇਸ ਤਰ੍ਹਾਂ ਤੇਰਾ ਰਿਸ਼ਤਾ ਮੰਗਣ ਆਇਆ ਸੀ। ਲੇਡੀ ਡਾਕਟਰ ਕਹਿਣ ਲੱਗੀ ਕਿ ਪਾਪਾ ਇਹ ਕੀ ਕਰਨ ਲੱਗੇ ਹੋ ਤੁਸੀਂ, ਮੈਨੂੰ ਤੁਸੀਂ ਪੜ੍ਹਾਇਆ ਲਿਖਾਇਆ, ਕੱਲੀ ਮੈਂ ਤੁਹਾਡੀ ਧੀ ਆ, 20 ਕਿੱਲੇ ਮੇਰੇ ਨਾਮ ਆ, ਤੇ ਤੁਸੀਂ ਕੀ ਕਰਦੇ ਹੋ ਕਿ ਜਹਲ ਬੰਦਿਆਂ ਦੇ ਨਾਲ ਵਿਆਹਣ ਲੱਗੇ ਹੋ ਜਿਨ੍ਹਾਂ ਨੂੰ ਕੋਈ ਅਕਲ ਨਹੀਂ, ਮੌਤ ਨਹੀਂ, ਜਹਲ ਨੇ। ਜੇ ਇਹੀ ਕੰਮ ਕਰਨਾ ਸੀ ਤੇ ਮੈਨੂੰ ਪੜ੍ਹਾਉਣਾ ਲਿਖਾਣਾ ਨਹੀਂ ਸੀ, ਮੈਂ ਵੀ ਪਿੰਡ ਦੇ ਵਿੱਚ ਹੀ ਗੋਹਾ ਥੱਪਦੀ ਰਹਿੰਦੀ, ਮੱਝਾਂ ਨੂੰ ਪੱਠੇ ਦੱਥੇ ਪਾਉਂਦੀ ਰਹਿੰਦੀ, ਜੋ ਵੀ ਕਰਨਾ ਸੀ ਧਾਰਾਂ ਸ਼ਹਿਰਾਂ ਚੋਂਦੀ ਰਹਿੰਦੀ। ਉਹਨੇ ਬੜਾ ਕੁਝ ਇਸ ਤਰ੍ਹਾਂ ਕਿਹਾ ਆਪਣੇ ਵਾਲਦ ਨੂੰ। ਉਹਦਾ ਵਾਲਦ ਕਹਿੰਦਾ ਠੀਕ ਆ, ਨਹੀਂ ਕਰਦੇ ਆਪਾਂ ਤੇਰਾ ਰਿਸ਼ਤਾ। ਜਦੋਂ ਵੀ ਇਸ ਲੇਡੀ ਡਾਕਟਰ ਦਾ ਰਿਸ਼ਤਾ ਇਹ ਕਬੀਰ ਲੱਭਣ ਲੱਗਦਾ, ਮੰਗਣੀ ਹੋ ਜਾਂਦੀ, ਇਹ ਜਾ ਕੇ ਚਾਚਾ ਜਿਹੜਾ ਸੀ ਉੱਥੇ ਜਾ ਕੇ ਰਿਸ਼ਤਾ ਤੜਵਾ ਦਿੰਦਾ ਸੀ। ਉਹਨਾਂ ਨੂੰ ਕਹਿੰਦਾ ਸੀ ਕਿ ਇਹ ਲੜਕੀ ਠੀਕ ਨਹੀਂ ਹੈਗੀ, ਅਗਰ ਲੜਕੀ ਠੀਕ ਹੁੰਦੀ ਤੇ ਮੈਂ ਆਪਣੇ ਬੱਚੇ ਵਾਸਤੇ ਕਿਉਂ ਨਾ ਲੈ ਲੈਂਦਾ। ਯਾਨੀ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਕਰਕੇ ਜਿੱਥੇ ਵੀ ਰਿਸ਼ਤਾ ਕਰਦੇ ਸੀ ਰਿਸ਼ਤਾ ਤੜਵਾ ਦਿੰਦਾ ਸੀ। ਆਖਰਕਾਰ ਇੱਕ ਦਿਨ ਨਾ ਕਬੀਰ ਨੇ ਚੋਰੀ ਆ ਜਿਹੜਾ ਰਿਸ਼ਤਾ ਹੁਣ ਬਰਾਤ ਆਈ ਸੀ ਕਰ ਲਿਆ ਤੈਅ, ਤੇ ਕਰਕੇ ਇਹਨਾਂ ਨੇ ਇਹਦੇ ਵਿੱਚ ਵੀ ਬੜੀ ਭਾਨੀ ਮਾਰੀ ਤੇ ਲੜਕੇ ਨੂੰ ਵੀ ਕਿਹਾ ਕਿ ਲੜਕੀ ਠੀਕ ਨਹੀਂ ਹੈਗੀ, ਤੂੰ ਛੱਡ ਦੇ। ਲੇਕਿਨ ਲੜਕੇ ਦਾ ਬਾਪ ਬੜਾ ਸਿਆਣਾ ਸੀ। ਦੁਲਹਾ ਵੀ ਕਹਿਣ ਲੱਗਾ ਯਾਰ ਮੇਰਾ ਬਾਪ ਬੜਾ ਸਿਆਣਾ, ਕੋਈ ਗਲਤ ਰਿਸ਼ਤਾ ਨਹੀਂ ਕਰ ਸਕਦਾ, ਐਵੇਂ ਮਾਰਦੇ ਨੇ। ਲੜਕੇ ਨੇ ਉਹਦੇ ਚਾਚੇ ਸਗੀਰ ਦੇ ਕਹਿਣ ਦੇ ਉੱਤੇ ਕੋਈ ਅਮਲ ਨਾ ਕੀਤਾ। ਚਾਚੇ ਸਗੀਰ ਨੇ ਫਿਰ ਫੋਨ ਕੀਤਾ ਕਿ ਤੂੰ ਅੱਜ ਵਿਆਹਣ ਆ ਰਿਹਾ ਨਾ, ਤੂੰ ਜਦੋਂ ਮੋਟਰਵੇ ਉਤਰੇਗਾ ਥੱਲੇ ਪੰਪ ਆ, ਅਸੀਂ ਉੱਥੇ ਖੜੇ ਆ, ਆਜਾ ਤੈਨੂੰ ਦਿਖਾਣੇ ਆ, ਇਹਦੀ ਵੀਡੀਓ ਵੇਖ ਲੈ, ਫਿਰ ਤੂੰ ਅੱਗੇ ਸ਼ਾਦੀ ਕਰ ਲਈ। ਇਸੇ ਤਰ੍ਹਾਂ ਹੋਇਆ, ਮੋਟਰਵੇ ਪੰਪ ਤੋਂ ਥੱਲੇ ਉਤਰੇ, ਅੱਗੇ ਖੜੇ ਸੀ, ਇਹਨਾਂ ਦੇ ਕੋਲ ਜਾਂਦਾ, ਜੋ ਹੀ ਜਾਂਦਾ ਬਜਾਏ ਇਸਦੇ ਉਹ ਵੀਡੀਓ ਵਿਖਾਉਂਦੇ। ਵੀਡੀਓ ਤਾਂ ਕੀ ਵਿਖਾਣੀ ਸੀ, ਉਹਨਾਂ ਨੇ ਇਹਨੂੰ ਰੁਮਾਲ ਸੰਘਾਇਆ, ਸੰਘਾ ਕੇ ਤੇ ਗੱਡੀ ਦੇ ਵਿੱਚ ਸੁੱਟਿਆ ਤੇ ਸੁੱਟ ਕੇ ਤੇ ਆਪਣੇ ਡੇਰੇ ਤੇ ਕਿਤੇ ਲੈ ਗਏ। ਲਿਜਾ ਕੇ ਡੇਰੇ ਤੇ ਇਹਨੂੰ ਬੰਨ੍ਹ ਦਿੱਤਾ ਰੱਸੀਆਂ ਨਾਲ। ਇਹ ਫਿਰ ਉਸੇ ਤਰ੍ਹਾਂ ਇਹ ਜਿਹੜੀ ਬਰਾਤ ਸੀ ਉਸ ਦਿਨ ਜਿਹੜੀ ਬਾਹਰ ਖੜੀ ਸੀ ਨਾ ਪਹੁੰਚ ਸਕੀ। ਤੇ ਉਹ ਮੁਖਤਾਰ ਜਿਹੜਾ ਬੜਾ ਸਿਆਣਾ ਬੰਦਾ ਸੀ, ਉਹਨੇ ਕਿਹਾ ਕਿ ਇਹ ਜਿਹੜਾ ਸਗੀਰ ਹੈ ਨਾ, ਆ ਕੁੱਲਾ ਪਾ ਕੇ ਲਿਆਂਦਾ ਇਹਨੇ ਦੌਲਤ ਸ਼ਾਹ ਦੇ ਚੂਹੇ ਨੂੰ ਵਿਆਹਣ ਵਾਸਤੇ, ਇਸ ਲੜਕੀ ਨੂੰ ਜਿਹੜੀ ਸਾਡੀ ਮੰਗ ਆ ਅਸੀਂ ਵਿਆਹਣਾ ਸੀ ਅੱਜ, ਉਹਦੇ ਦਿਲ ਦੇ ਵਿੱਚ ਆਈ ਕਿ ਇਹਨਾਂ ਨੇ ਹੀ ਮੇਰਾ ਬੱਚਾ ਅਗਵਾ ਕੀਤਾ ਹੋਣਾ। ਉਹ ਫਟਾਫਟ ਉਸ ਪੰਪ ਤੇ ਜਾਂਦਾ, ਜਾ ਕੇ ਉੱਥੇ ਵੇਖਦਾ, ਉੱਥੋਂ ਸੀਸੀਟੀਵੀ ਕੈਮਰੇ ਦੇ ਜ਼ਰੀਏ ਫਿਰ ਮੋਟਰਵੇ ਤੇ ਜਾਂਦਾ। ਇਸ ਨੰਬਰ ਦੀ ਗੱਡੀ ਤੁਸੀਂ ਵੇਖੀ ਹੋਵੇ, ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਵੇਖੀ ਹੈਗੀ। ਉਹਨੇ ਅੰਦਾਜ਼ਾ ਲਾਇਆ ਕਿ ਇਸ ਪਿੰਡ ਨੂੰ ਹੋਰ ਤਾਂ ਕੋਈ ਰਸਤਾ ਨਹੀਂ ਹੈਗਾ, ਆ ਕੱਚੀ ਸੜਕ ਇੱਧਰ ਨੂੰ ਵੇਖਦੇ। ਉਹਨੇ 5-7 ਬੰਦੇ ਆਪਣੇ ਨਾਲ ਲਏ, ਉਸ ਕੱਚੀ ਸੜਕ ਤੋਂ ਜਿਸ ਵੇਲੇ ਗਏ ਤਾਂ ਅੱਗੇ ਇੱਕ ਡੇਰੇ ਦੇ ਵਿੱਚ ਉਹ ਲਾੜੇ ਨੂੰ ਬੰਨ ਕੇ ਉਹਨਾਂ ਨੇ ਕੁਰਸੀ ਦੇ ਉੱਤੇ ਬਿਠਾਇਆ ਹੋਇਆ, ਉਹਨੂੰ ਮਾਰਦੇ ਕੁੱਟਦੇ ਸੀ। ਇਸ ਤਰ੍ਹਾਂ ਫਿਰ ਉਹ ਜਿਹੜਾ ਦੁਲਹੇ ਦਾ ਵਾਲਦ ਸੀ ਮੁਖਤਾਰਾ, ਉਹ ਉੱਥੇ ਪਹੁੰਚਦਾ, ਜਾ ਕੇ ਹਵਾਈ ਫਾਇਰ ਜਿਸ ਵੇਲੇ ਕੱਢਦਾ, ਬ੍ਰੈਸਟ 4-5 ਮਾਰਦਾ, ਕੱਢਦਾ ਫਾਇਰ, ਉਹ ਦੌੜ ਜਾਂਦੇ ਨੇ ਸਾਰੇ। ਉਹ ਚਾਰਾਂ ਨੂੰ ਜਿਹੜਿਆਂ ਨੂੰ ਨਾ ਸਗੀਰ ਦੇ ਬੇਟੇ ਸੀ ਉਹਨਾਂ ਨੂੰ ਕਾਬੂ ਕਰ ਲੈਂਦੇ ਨੇ, ਬੰਨ ਕੇ ਉਹਨਾਂ ਨੂੰ ਰੱਸੀਆਂ ਨਾਲ ਡਿੱਗੀ ਦੇ ਵਿੱਚ ਪਾ ਕੇ ਉੱਥੇ ਪੰਡਾਲ ਦੇ ਵਿੱਚ ਲਿਆਉਂਦੇ ਨੇ। ਲੜਕੇ ਨੂੰ ਵੀ ਨਵਾ ਧਵਾ ਕੇ ਸੈੱਟ ਕਰਕੇ ਲੈ ਕੇ ਆ ਕੇ ਉਸ ਲੇਡੀ ਡਾਕਟਰ ਦੇ ਨਾਲ ਫਿਰ ਸ਼ਾਦੀ ਕਰਦੇ ਨੇ। ਫਿਰ ਸਗੀਰ ਨੂੰ ਕਹਿੰਦੇ ਨੇ ਇਹ ਤੂੰ ਸਾਰੀ ਹਰਕਤ ਕੀਤੀ ਆ, ਆ ਲੈ ਅਸੀਂ ਅੱਜ ਸ਼ਾਦੀ ਕਰ ਲਈ ਆ, ਵਿਆਹ ਕੇ ਲੈ ਚੱਲੇ ਆ। ਤੇ ਫਿਰ ਪੂਰੇ ਪਿੰਡ ਦੀ ਪੰਚਾਇਤ ਨੂੰ ਇਕੱਠਿਆਂ ਕੀਤਾ। ਉਹਨਾਂ ਨੇ ਕਿਹਾ ਦੇਖੋ ਜੀ ਆਹ ਹਾਲ ਇਹਨਾਂ ਨੇ ਕੀਤਾ, ਅਸੀਂ ਅੱਜ ਵਿਆਹਣਾ ਨਾ, ਸਾਡੇ ਦੁੱਲੇ ਨੂੰ ਅਗਵਾ ਕਰ ਲਿਆ, ਮਾਰਿਆ ਕੁੱਟਿਆ, ਲੇਕਿਨ ਅਸੀਂ ਮੌਕੇ ਤੇ ਜਾ ਕੇ ਫਿਰ ਛੁਡਾ ਕੇ ਤੇ ਲੈ ਆਏ ਆ। ਇਸ ਤਰ੍ਹਾਂ ਦਾ ਇਹਦਾ ਕਿਰਦਾਰ ਆ। ਪਿੰਡ ਵਾਲਿਆਂ ਨੇ ਫਿਰ ਸਾਰਿਆਂ ਨੇ ਲਾਨ ਤਾਨ ਕੀਤੀ, ਯਾਰ ਤੂੰ ਬੜਾ ਗਲਤ ਕੀਤਾ, ਤੇਰੀ ਸਕੀ ਭਤੀਜੀ ਸੀ, ਉਹ ਸਿਰਫ 20 ਏਕੜ ਜ਼ਮੀਨ ਜਿਹੜੀ ਸੀ ਉਹਨੂੰ ਹਥਿਆਣੇ ਦੇ ਮਾਰੇ ਨੇ, ਉਸ ਮੁੰਡੇ ਨੂੰ ਵੀ ਅਗਵਾ ਕਰ ਲਿਆ ਔਰ ਫਿਰ ਦੌਲੇ ਸ਼ਾਹ ਦਾ ਜਿਹੜਾ ਚੂਹਾ ਸੀ ਉਹਦੇ ਨਾਲ ਸ਼ਾਦੀ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਤੁਹਾਨੂੰ ਪਤਾ ਫਰਾਡ ਹੀ ਹੁੰਦਾ। ਫਿਰ ਇਹ ਗੱਲ ਸਿਰੇ ਨਾ ਚੜੀ। ਫਿਰ ਪਿੰਡ ਵਾਲਿਆਂ ਨੇ ਵੀ ਉਹਨਾਂ ਦੀ ਚੰਗੀ ਲਾਹਨ ਤਾਨ ਕੀਤੀ। ਪਿੰਡ ਵਾਲਿਆਂ ਨੇ ਫਿਰ ਉਹਨਾਂ ਦਾ ਹੁੱਕਾ ਪਾਣੀ ਬੰਦ ਕਰਤਾ। ਫਿਰ ਉਹ ਸ਼ਰਮਿੰਦਗੀ ਦੇ ਮਾਰੇ ਉਹ ਜਿਹੜੇ 20 ਕਿੱਲੇ ਸੀ ਉਹ ਵੀ ਵੇਚ ਕੇ ਉੱਥੋਂ ਨਿਕਲ ਗਏ, ਕਿਸੇ ਹੋਰ ਪਿੰਡ ਜਾ ਕੇ ਰਹਿਣ ਲੱਗ ਪਏ। ਇਹ ਸੀ ਅੱਜ ਦਾ ਵਲੌਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਲਾਲਚ ਬੁਰੀ ਬਲਾ। ਉਹ 20 ਕਿੱਲੇ ਲੈਂਦੇ ਉਹ ਜਿਹੜੇ 20 ਕਿੱਲੇ ਆਪਣੇ ਵੀ ਵੇਚ ਦਿੱਤੇ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅਸਲਾਮੁ ਅਲੈਕੁਮ व रहमतुल्लाहि व बरकातहू।